ਅਸੀਂ ਭਾਈ ਗਰੀਬ ਲੋਕ ਸੀਗੇ, ਅਸੀਂ ਪੈਰਵਾਈ ਨਹੀਂ ਕਰਦੇ। ਮੇਰੇ ਅੱਬੂ ਸੀ ਗਰੀਬ ਸੀ, ਖੇਤੀਬਾੜੀ ਕਰਦੇ ਸੀਗੇ। ਉਹ ਪੈਸੇ ਕੁਛ ਜੋੜ ਕੇ ਲਈ ਜ਼ਮੀਨ, ਉਹਨਾਂ ਨੇ ਜਾਲਸਾਜ਼ੀ ਨਾਲ ਆਪਣੇ ਨਾਮ ਕਰਵਾ ਲਈ। ਮੇਰਾ ਇੱਕ ਛੋਟਾ ਜਿਹਾ ਭਾਈ ਸੀ, ਉਹ ਵੀ ਫੌਤ ਹੋ ਗਿਆ। ਬਹੁਤ ਮੁਸ਼ਕਿਲ ਹੈ। ਇੱਕ ਛੋਟੀ ਜਿਹੀ ਦੁਕਾਨ ਬਣਾਈ ਆ ਕਰਿਆਨੇ ਦੀ, ਜਿੱਥੇ ਨਾਲ ਲਿਆ ਬੈਠਕ ਦੇ, ਤੇ ਇਹਦੇ ਵਿੱਚ ਬਸ ਟਾਫੀਆਂ ਗੋਲੀਆਂ ਇਹ ਵੇਚ ਕੇ ਤੇ ਇਹਨਾਂ ਗੁਜ਼ਾਰਾ ਹੋ ਰਿਹਾ। जिस देश की कोर्ट कचहरी में इंसाफ टकों पर बिकता हो, जिस देश का मुंशी काजी भी मुजरिम से पूछ के लिखता हो, जिस देश का हाकिम जालिम हो सिसकी न सुने मजबूरों की, जिस देश में गुर्बत माओं से बच्चे नीलाम कराती हो। ਬਸ ਲੋਕ ਆ ਉਹ। ਫਿਰ ਅਸੀਂ ਪੇਸ਼ੀ ਤੇ ਵੀ ਜਾਂਦੇ ਸੀ ਤਾਂ ਕਿਉਂ ਬਦਮਾਸ਼ੀ ਕਰਦੇ ਲਾਉਂਦੇ ਸੀ ਵੀ ਇੱਥੇ ਆਏ ਤੁਹਾਨੂੰ ਮਾਰ ਦਿਆਂਗੇ ये वो। टीम वॉइस ऑफ पंजाब के साथ मैं हूं हाफिज़ खालिद और आज टीम वॉइस ऑफ पंजाब मौजूद है चिश्तियाँ का एक करीबी इलाका डारांवाला। ये एक छोटा सा कस्बा है और मेरे साथ आप जो है ना वो एक बुज़ुर्ग देख रहे हैं। ये बोल भी नहीं सकते और सुन भी नहीं सकते। इन्हीं के साथ इनकी जो बेटी है वो मौजूद है। आज इनकी एक ऐसी दास्तान हम आपके साथ शेयर करने जा रहे हैं। ममलकत खुदादाद इस्लामी जमहूरिया पाकिस्तान के अंदर सगे रिश्तेदार जो होते हैं वो अपनों को कैसे लूटते हैं और उसके बाद ये नहीं सोचते कि हमने मरना भी है और मरने के बाद हमारा क्या अंजाम होगा, ये कोई नहीं सोचता। लेकिन इस वतन अज़ीज़ के अंदर नाइंसाफ़ियों का जो एक रवाज चला हुआ है, नाइंसाफ़ियाँ जो अरूज पर जा रही हैं, ये इंतहा दर्जे की हैं। आज हम एक गरीब घराने की ऐसी दास्तान आपके सामने रख रहे हैं कि आप सुन के परेशान हो जाएंगे। इसके बाद मैं अपने इदारों से गुजारिश करूँगा कि खुदारा ऐसे गरीब लोगों के मामलात को देखा करें जिनके पास कुछ भी नहीं होता सिवाय थोड़ी मोटी ज़मीन के। इन्हीं के साथ भी कुछ ऐसा ही वाक़या हुआ है कि ये गरीब घराना है और इनकी थोड़ी सी ज़मीन है जो इन्हीं के एक बाअसर रिश्तेदार ने 2 नंबर तरीके से गलत कागजात बनाने के बाद अपने नाम की है। वो ज़मीन उसने कैसे अपने नाम की है और क़यामत के दिन यही ज़मीन उसके गले का तोग बनेगी, लेकिन ये लोग सोचते नहीं हैं। आइए आज इस गरीब घराने से इनकी दास्तान सुनते हैं। माँ जी व्हील चेयर के ऊपर है। ये मेरे साथ एक ख़तून मौजूद है जो इंतहाई गरीब घराने से ताल्लुक़ रखती हैं। उन्होंने टीम वॉइस ऑफ पंजाब के साथ रब्ता किया है कि आप हमारी आवाज़ बने, ईवानों तक हमारी आवाज़ को पहुँचाया जाए ताकि हमें इंसाफ मिल सके, हमें अपनी ज़मीन मिल सके जो हमारे ही रिश्तेदारों ने जो है ना हमसे 2 नंबर तरीके से गलत तरीके से हथिया ली है। ਵਾਲੇਕੁਮ ਸਲਾਮ। माँ जी की नाम? ਬੁਸ਼ਰਾ ਕਲਸੂਮ। ਮਾਂ ਜੀ ਤੁਸੀਂ ਸਾਡੀ ਟੀਮ ਨਾਲ ਰਾਬਤਾ ਕੀਤਾ, ਤੁਹਾਡਾ ਕੋਈ ਜ਼ਮੀਨ ਦਾ ਰੌਲਾ ਚੱਲ ਰਿਹਾ ਵਾ ਤੇ ਅਸੀਂ ਸਾਹੀਵਾਲੋਂ ਟੁਰੇ ਆ ਤੇ ਡਾਰਾਂ ਵਾਲੇ ਆ ਗਏ ਆ। ਤੁਹਾਡੀ ਜ਼ਮੀਨ ਕਿੱਥੇ ਸੀ, ਕਿਹੜੇ ਬੰਦੇ ਨੇ 2 ਨੰਬਰ ਤਰੀਕੇ ਨਾਲ ਆਪਣੇ ਨਾਮ ਕਰਵਾਈ, ਅਦਾਲਤਾਂ 'ਚ ਤੁਸੀਂ ਧੱਕੇ ਖਾਦੇ, ਤੁਹਾਡਾ ਕੁਝ ਨਹੀਂ ਬਣਿਆ, ਕਿਉਂ ਨਹੀਂ ਬਣ ਸਕਿਆ? ਕਿਆ ਉਹ ਲੋਕ ਬਾਅਸਰ ਨੇ? ਹਾਂਜੀ, ਮੇਰਾ ਨਾਮ ਬੁਸ਼ਰਾ ਵਾ। ਮੇਰੀ ਵਾਲਦਾ ਸਾਹਿਬਾ ਦਾ ਨਾਮ ਰਸ਼ੀਦਾ ਬੀਬੀ ਆ। ਮੇਰੇ ਅੱਬੂ ਦਾ ਨਾਮ ਸੀ ਮੁਹੰਮਦ ਅਸਲਮ। ਇੱਕੋ ਹੀ ਮੇਰਾ ਭਾਈ ਸੀ, ਉਹ ਵੀ ਫੌਤ ਹੋ ਗਿਆ। ਅੱਬੂ ਮੇਰੇ ਗਰੀਬ ਸੀ, ਖੇਤੀਬਾੜੀ ਕਰਦੇ ਸੀਗੇ, ਕਾਸ਼ਤਕਾਰੀ ਕਰਕੇ ਕੁਛ ਪੈਸੇ ਜੋੜੇ, ਜ਼ਮੀਨ ਲਈ। ਉਹ ਕੁਛ ਦੇਰ ਵਾਹੁੰਦੇ ਰਹੇ, ਫਿਰ ਉਹਨਾਂ ਨੇ ਜਾਲਸਾਜ਼ੀ ਨਾਲ ਆਪਣੇ ਨਾਮ ਕਰਵਾ ਲਈ। ਅਸੀਂ ਨਹੀਂ ਦੁਬਾਰਾ ਪੈਰਵਾਈ ਨਹੀਂ ਕਰ ਸਕੇ। ਉਹਦੀ ਜ਼ਮੀਨ ਸਾਡੀ ਰੀਮਜਾਰ ਖਾਂ ਵਾ। ਉਹ ਮੇਰੇ ਬਾਪ ਨੇ ਮਿਹਨਤ ਮਜ਼ਦੂਰੀ ਕਰਕੇ ਖੇਤੀਬਾੜੀ ਕਰਕੇ ਖਰੀਦੀ ਸੀਗੀ। ਥੋੜ੍ਹੀ ਦੇਰ ਵਾਹੁੰਦੇ ਰਹੇ ਆ, ਫਿਰ ਉਹ ਠੇਕੇ 'ਤੇ ਦੇ ਦਿੱਤੀ। ਸਾਡੇ ਕਰੀਬੀ ਰਿਸ਼ਤੇਦਾਰ ਸੀਗੇ, ਉਹ ਠੇਕੇ ਦਿੰਦੇ ਰਹੇ। ਬਾਪ ਮੇਰੇ ਨੇ ਲੈ ਲੈਣੇ। ਹੁਣ ਮੇਰੇ ਅੱਬੂ ਫੌਤ ਹੋ ਗਏ ਆ, ਉਹਨਾਂ ਨੇ ਕਹਿਤਾ ਸੀ ਨਹੀਂ ਦੇਣੀ, ਸਾਨੂੰ ਦੇ ਨਹੀਂ ਰਹੇ। ਜਾਲਸਾਜ਼ੀ ਨਾਲ ਧੋਖੇ ਨਾਲ ਇਹ ਕੰਮ ਕਰਵਾਇਆ। ਜ਼ਮੀਨ ਕਿੰਨੀ ਸੀ? ਜ਼ਮੀਨ 8 ਖੇਤ। 8 ਏਕੜ ਸੀ? ਹਾਂਜੀ 8 ਏਕੜ ਸੀ। ਤੇ ਮਾਂ ਜੀ ਉਹ ਜ਼ਮੀਨ ਤੁਹਾਡੇ ਨਾਮ ਸੀ, ਤੁਹਾਡੇ ਕੋਲ ਕਾਗਜ਼ਾਤ ਹੈਗੇ ਨੇ? ਹਾਂਜੀ ਕਾਗਜ਼ਾਤ ਸਾਡੇ ਕੋਲ ਹੈਗੇ। ਜ਼ਮੀਨ ਮੇਰੀ ਵਾਲਦਾ ਸਾਹਿਬਾ ਦੇ ਨਾਮ ਸੀਗੀ। ਤੁਹਾਡੀ ਵਾਲਦਾ ਜਿਹੜੀ ਇੱਥੇ ਬੈਠੇ ਸੀ ਬਿਮਾਰ ਵੀ ਨੇ, ਇਹ ਬੋਲ ਵੀ ਨਹੀਂ ਸਕਦੇ ਤੇ ਸੁਣ ਵੀ ਨਹੀਂ ਸਕਦੇ? ਗੂੰਗੇ ਆ, ਬੋਲ ਵੀ ਨਹੀਂ ਸਕਦੇ ਹੈਗੇ, ਪੈਦਾਇਸ਼ੀ ਗੂੰਗੇ ਆ, ਨਾ ਸੁਣ ਨਹੀਂ ਸਕਦੇ ਆ। ਇਹਨਾਂ ਨਾਲ ਜਾਲਸਾਜ਼ੀ ਹੋਈ ਹੈ। ਤੁਹਾਡੇ ਕਿੰਨੇ ਭੈਣ ਭਾਈ ਨੇ? ਮੈਂ ਇਕੱਲੀ ਆ। ਮੇਰਾ ਛੋਟਾ ਜਿਹਾ ਭਾਈ ਸੀ, ਉਹ ਵੀ ਫੌਤ ਹੋ ਗਿਆ, ਮੇਰੇ ਤੋਂ ਵੱਡਾ ਸੀਗਾ। ਤੁਹਾਡੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ? ਸ਼ਾਦੀ ਸਾਡੀ ਨੂੰ 16 ਸਾਲ ਹੋ ਗਏ। ਕਿੰਨੇ ਬੱਚੇ ਨੇ? ਬੱਚੇ 3 ਆ ਮੇਰੇ, 2 ਬੇਟੀਆਂ ਤੇ 1 ਬੇਟਾ। ਤੇ ਤੁਸੀਂ ਉੱਥੋਂ ਤੁਹਾਡੀ ਸ਼ਾਦੀ ਡਾਰਾਂ ਵਾਲੇ ਹੋਈ ਹੈ? ਹਾਂਜੀ। ਤੁਸੀਂ ਕਿੰਨੀ ਦੇਰ ਤੋਂ ਕੇਸ ਲੜ ਰਹੇ ਹੋ ਜ਼ਮੀਨ ਦਾ? ਪਹਿਲੇ ਕਾਫੀ ਦੇਰ ਅਰਸਾ ਤੋਂ ਲੜ ਰਹੇ ਸੀਗੇ, ਹੁਣ ਉਹਨਾਂ ਨੇ ਨਹੀਂ ਚੱਲਿਆ ਗਾ ਕਿ। ਕੀ ਗੱਲ ਤੁਸੀਂ ਕੇਸ ਦੀ ਪੈਰਵੀ ਨਹੀਂ ਕਰ ਸਕੇ ਦੂਰ ਹੋਣ ਦੀ ਵਜ੍ਹਾ ਨਾਲ? ਹਾਂਜੀ ਅਸੀਂ ਦੂਰ ਸੀ, ਇਸ ਵਜ੍ਹਾ ਤੋਂ ਅਸੀਂ ਗਰੀਬ ਸੀਗੇ। ਮੇਰੇ ਬਾਪ ਨਹੀਂ ਪਹੁੰਚ ਸਕੇ, ਇਸ ਵਜ੍ਹਾ ਤੋਂ ਨਹੀਂ ਉਹਨਾਂ ਨੇ ਜ਼ਮੀਨ ਸਾਨੂੰ ਦਿੱਤੀ। ਤੁਸੀਂ ਖਾਨਦਾਨ ਦੇ ਕੁਝ ਹੋਰ ਲੋਕ ਵਿੱਚ ਨਹੀਂ ਪਾਏ ਵੀ ਤੁਹਾਨੂੰ ਜਗ੍ਹਾ ਵਾਪਸ ਲੈ ਕੇ ਦੇ ਚੁੱਕੇ? ਤੁਹਾਡੇ ਖਾਨਦਾਨ ਨੂੰ ਤਾਂ ਪਤਾ ਹੋਏਗਾ ਜ਼ਮੀਨ ਤੁਹਾਡੀ ਹੈ। ਖਾਨਦਾਨ ਸਾਡੇ ਨੂੰ ਇਹੀ ਪਤਾ ਸੀਗਾ ਵੀ ਇਹਨਾਂ ਦੀ ਆ, ਤੇ ਪਰ ਉਹਨਾਂ ਨੇ ਨਹੀਂ ਦਿੱਤੀ। ਨਹੀਂ ਕਹਿੰਦੇ ਅਸੀਂ ਨਹੀਂ ਦੇਣੀ ਹੈਗੀ। ਇਸ ਟਾਈਮ ਉਹ ਕਾਸ਼ਤਕਾਰੀ ਕਰ ਰਹੇ ਨੇ, ਉਹ ਕੀ ਕਰ ਰਹੇ ਨੇ? काश्तकारी कर रहे हैं। जी नाज़रीन, माँ जी के जो हस्बैंड हैं बुज़ुर्ग, वो भी हमारे साथ मौजूद हैं। इसी कहानी का जो है ना वो दूसरा हिस्सा हम आपके साथ शेयर करेंगे। कुछ उन्होंने बयान किया,
कुछ इनसे सुनेंगे। इनके 3 बच्चे हैं, 2 बेटियां और 1 बेटा है। इंतहाई जो है ना वो गुर्बत के अंदर ज़िंदगी बसर करने पर मजबूर हैं, लेकिन अरबों रुपए की जगह जो है वो इन्हीं के एक रिश्तेदार ने जालसाजी के साथ 2 नंबरी के साथ जो पाकिस्तान में एक आम रूटीन चल रही है उस हवाले से अपने नाम पे की हुई है। और ये लोग अदालतों के धक्के खा चुके हैं। पाकिस्तान का अदालती निज़ाम जो है वो किसी से भी ढका छुपा नहीं है कि वहाँ इंसाफ कैसे मिलता है। लोग जो है ना वो मर जाते हैं, दुनिया फ़ानी को छोड़कर चले जाते हैं, लेकिन लोगों के केस जो हैं वो अदालतों के अंदर कई कई साल तक चलते हैं। मज़ीद इनसे भी जानते हैं कि ये इस हवाले से अपना क्या मौक़िफ़ देते हैं, गवर्नमेंट के नाम इनका क्या पैगाम है, क्या इनको इंसाफ मिल पाएगा या नहीं। वालेकुम सलाम जी। भजन की नाम ਮੁਹੰਮਦ ਆਸ਼ਿਕ। मतलब तुसारी टीम नाल राबता कीता कि तुहाडी कोई ज़मीन आ जिहड़ी तुहाडे ही रिश्तेदार ने 2 नंबर तरीके नाल अपने नाम करवाई है। पूरी कहानी किस्सा की है, किन्नी देर हो गई अदालतां 'ਚ धक्के खांदे होया, ज़मीन किन्नी आ, उहदी मालीयत किन्नी आ, ज़मीन है कित्थे है। ਅਸੀਂ ਬੇਸਕ ਦੇ ਰਹਿਣੇ ਵਾਲੇ ਹਾਸਲਪੁਰ 84 ਦੇ। ਇਸ ਟਾਈਮ ਅਸੀਂ 171 ਮਰਾਦ ਡਾਰਾਂ ਵਾਲੇ 'ਚ। ਉਸ ਤੋਂ ਬਾਅਦ ਜ਼ਮੀਨ ਸਾਡੀ ਹੈਗੀ ਹੈ ਰੀਮਯਾਰ ਖਾਂ 84 ਪੀਚ। ਕਮ ਸੇ ਕਮ 1 ਕਿੱਲੇ ਦੀ ਕੀਮਤ ਉੱਥੇ 1.5-2 ਕਰੋੜ ਰੁਪਈਆ। ਠੀਕ ਹੈ। ਤਾਂ ਉਹਨਾਂ ਨੇ 2 ਨੰਬਰ ਜਾਲੀ ਸਾਡੇ ਬਜ਼ੁਰਗਾਂ ਨੇ ਖਰੀਦੀ ਸੀ। ਖਰੀਦ ਕੇ ਤੇ ਉੱਥੇ ਉਹ ਵਾਹੁੰਦੇ ਸੀ, ਮਾਮਾ ਸੀਗਾ ਇਹਨਾਂ ਦਾ, ਮਾਮੇ ਨੂੰ ਦਿੱਤੀ ਸੀ। ਤੇ ਇਹਨਾਂ ਨੇ ਉਹ ਕੀ ਕੀਤਾ ਕਿ ਜਾਲੀ 2 ਨੰਬਰ ਤਰੀਕੇ ਨਾਲ ਮਾਈ ਦੇ ਨਾਂ ਗੂੰਗੀ ਬੋਲੀ ਸੀਗੀ, ਉਹਦੇ ਨਾਲ ਜ਼ਮੀਨ ਸੀਗੀ। ਮਾਂ ਸਾਡੀ ਜਿਹੜੀ ਇਹ ਗੂੰਗੀ ਬੋਲੀ ਆ। ਜਿਹੜੀ ਤੁਹਾਡੀ ਜ਼ਮੀਨ ਆ ਉਹ ਤੁਹਾਡੇ ਜਿਹੜੇ ਸੁਸਰ ਨੇ ਉਹ ਤੁਹਾਡੇ ਰਿਸ਼ਤੇ 'ਚ ਕੀ ਲੱਗਦੇ ਨੇ। ਮੇਰੇ ਤਾਇਆ ਜੀ ਆ। ਤੇ ਤੁਹਾਡੀ ਬੇਗਮ ਜਿਹੜੀ ਤੁਹਾਡੀ ਕਜ਼ਨ ਲੱਗੀ। ਹਾਂਜੀ ਮੇਰੀ ਕਜ਼ਨ ਆ, ਉਹ ਤਾਏ ਦੀ ਬੇਟੀ ਹੈ। ਹਾਂਜੀ ਬੀਵੀ ਵੀ ਹੈ। ਤੇ ਉਹਨਾਂ ਦੀ ਜ਼ਮੀਨ ਹੈ ਉਹ। ਤੇ ਜਿਹੜੀ ਉਹਨਾਂ ਨੇ 2 ਨੰਬਰ ਤਰੀਕੇ ਨਾਲ ਉਹ ਬਾਅਦ ਲੋਕ ਆ। ਤੇ ਜਿਹੜਾ ਇਹ ਕੰਮ ਕੀਤਾ ਉਹਨਾਂ ਨੇ। ਤੁਸੀਂ ਇਹ ਜ਼ਮੀਨ ਨੂੰ ਲੈਣ ਵਾਸਤੇ ਕਿੰਨੀ ਦੇਰ ਤੋਂ ਕੋਸ਼ਿਸ਼ ਕਰ ਰਹੇ ਹੋ। ਅਸੀਂ ਕਾਫੀ ਦੇਰ ਤੋਂ 18-20 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਮਿਲ ਰਹੀ। ਤੁਸੀਂ ਬਿਮਾਰ ਹੋ, ਕਰਦੇ ਕੀ ਹੋ, ਘਰ ਦਾ ਨਿਜ਼ਾਮ ਕਿੱਦਾਂ ਚੱਲਦਾ। ਬਹੁਤ ਮੁਸ਼ਕਿਲ ਹੋ ਗਈ ਹੈ। ਮੇਰੇ ਸੀਨੇ 'ਚ ਤਕਲੀਫ ਆ, ਮੇਰੇ ਕੋਲ ਚੱਲਿਆ ਵੀ ਨਹੀਂ ਇੰਨਾ ਜਾਂਦਾ। ਤੇ ਮੇਰੇ ਕੋਲ ਨਾ ਕੋਈ ਕੰਮ ਹੁੰਦਾ। ਮੈਨੂੰ ਕਮ ਸੇ ਕਮ 3-4 ਸਾਲ ਹੋ ਗਏ ਘਰ ਬੈਠੇ ਨੂੰ। ਬਿਲਕੁਲ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਟਾਈਮ। ਕਿਵੇਂ ਗੁਜ਼ਾਰਾ ਕਰਦੇ ਹੋ, ਬੱਚਿਆਂ ਨੂੰ ਕਿੱਥੋਂ ਲਿਆ ਕੇ ਖਿਲਾਉਂਦੇ। ਬਹੁਤ ਮੁਸ਼ਕਿਲ ਹੈ। ਇੱਕ ਛੋਟੀ ਜਿਹੀ ਦੁਕਾਨ ਬਣਾਈ ਆ ਕਰਿਆਨੇ ਦੀ, ਜਿੱਥੇ ਨਾਲ ਹੀ ਆ ਬੈਠਕ ਦੇ। ਤੇ ਇਹਦੇ ਵਿੱਚ ਬਸ ਟਾਫੀਆਂ ਗੋਲੀਆਂ ਇਹ ਵੇਚ ਕੇ ਤੇ ਇਹਨਾਂ ਗੁਜ਼ਾਰਾ ਹੋ ਰਿਹਾ। ਕੇਸ ਤੇ ਕਿੰਨਾ ਖਰਚਾ ਕਰ ਚੁੱਕੇ ਹੋ। केयर से कम बहुत ज़्यादा कम ਲੱਖਾਂ ਰੁਪਈਏ ਅਸੀਂ ਤਬਾਹ ਕਰ ਦਿੱਤੇ ਆ, ਲੇਕਿਨ ਸਾਡੀ ਕੋਈ ਸੁਣੀ ਨਹੀਂ ਗਈ। ਨਾ ਸੁਣਨ ਦੀ ਵਜ੍ਹਾ ਉਹ ਅਗਲੇ ਲੋਕ ਬਾਸਰ ਨੇ, ਅਦਾਲਤਾਂ ਨੂੰ ਪੈਸੇ ਲੱਗਦੇ ਨੇ, ਵਜ੍ਹਾ ਕੀ ਹੈ। ਬਾਸਰ ਲੋਕ ਆ ਉਹ। ਫਿਰ ਅਸੀਂ ਪੇਸ਼ੀ ਤੇ ਵੀ ਜਾਂਦੇ ਸੀ ਤਾਂ ਕਿਉਂ ਬਦਮਾਸ਼ੀ ਕਰਦੇ ਲਾਉਂਦੇ ਸੀ ਵੀ ਇੱਥੇ ਆਏ ਤੁਹਾਨੂੰ ਮਾਰ ਦਿਆਂਗੇ, ਇਹ ਉਹ ਕਰ ਦਿਆਂਗੇ। ਬਹੁਤ ਉਹਨਾਂ ਨੇ ਤੜੀਆਂ ਲਾਈਆਂ। ਤੇ ਅਸੀਂ ਫਿਰ ਵੀ ਜਾਂਦੇ ਰਹੇ ਹਾਂ, ਪੇਸ਼ੀ ਤੇ ਜਾਂਦੇ ਰਹੇ, ਲੇਕਿਨ ਸਾਡੇ ਕੇਸ 2 ਵਾਰੀ ਅਸੀਂ ਕੀਤਾ ਤਾਂ ਖਾਰਜ ਹੋ ਜਾਂਦਾ ਰਿਹਾ। ਨਾ ਉਹਨਾਂ ਦੇ ਹੱਕ 'ਚ ਹੋਇਆ ਨਾ ਸਾਡੇ ਹੋਇਆ। ਅਗਰ ਉਹਨਾਂ ਦੇ ਹੱਕ 'ਚ ਨਹੀਂ ਗਏ ਤਾਂ ਜ਼ਮੀਨ ਉਹਨਾਂ ਕੋਲੇ ਕਿਉਂ। ਜ਼ਮੀਨ ਉਹਨਾਂ ਜਾਲੀ 2 ਨੰਬਰ ਤਰੀਕੇ ਨਾਲ ਪਟਵਾਰੀਆਂ ਗਰਦਾਵਰਾਂ ਨਾਲ ਰਲ ਕੇ ਆਪਣੇ ਨਾਂ ਕਰਵਾਈ ਆ ਤਹਿਸੀਲਦਾਰਾਂ ਨਾਲ। ਤੁਹਾਡੇ ਕੋਲ ਓਰੀਜਨਲ ਡਾਕੂਮੈਂਟ ਹੈਗੇ ਨੇ। ਡਾਕੂਮੈਂਟ ਹੈਗੇ ਆ ਸਾਡੇ ਕੋਲ, ਬਿਲਕੁਲ ਆ ਕਾਗਜ਼ ਮੇਰੇ ਕੋਲ ਆ ਜ਼ਮੀਨ ਦੇ। ਇਹ ਓਰੀਜਨਲ ਆ, ਜਿੱਦਾਂ ਉਹਨਾਂ ਨੇ ਗੱਲਬਾਤ ਕੀਤੀ ਆ ਸਾਰਾ ਇਹ ਓਰੀਜਨਲ ਇਹ ਕਾਗਜ਼ ਆ। ਕਾਗਜ਼ਾਂ ਦੇ ਉੱਤੇ ਸਭ ਕੁਝ ਸਬੂਤ ਮਿਲਦੇ। ਅਸੀਂ DDO ਰੀਮਯਾਰ ਖਾਂ ਦੇ ਕੋਲ ਵੀ ਗਏ ਆ। ਉਸ ਵਕਤ ਸਾਡਾ ਕੇਸ ਅਦਾਲਤ ਚੱਲਦਾ ਸੀ। ਐਸ਼ਾ ਹਮੀਦ DDO ਸੀ ਉਸ ਟਾਈਮ। ਠੀਕ ਹੈ। ਉਹਦੇ ਕੋਲ ਗਏ, ਉਹਨੇ ਕਿਹਾ ਤੁਹਾਡਾ ਅਦਾਲਤ 'ਚ ਕੇਸ ਚੱਲਦਾ, ਅਗਰ ਅਦਾਲਤ 'ਚ ਨਾ ਕੇਸ ਚੱਲਦਾ ਹੁੰਦਾ ਤੇ 2 ਨੰਬਰ ਤਰੀਕੇ ਨਾਲ ਜਾਲੀ ਇੰਤਕਾਲ ਹੋਇਆ ਤਾਂ ਮੈਂ ਖਾਰਜ ਕਰ ਦੇਣਾ ਸੀ, ਜ਼ਮੀਨ ਤੋੜ ਦਿੰਦੀ। ਲੇਕਿਨ ਸਾਡਾ ਉਹਲੇ ਅਦਾਲਤ 'ਚ ਕੇਸ ਚੱਲਦਾ ਸੀਗਾ। ਜਿਹੜੇ ਅਦਾਲਤ 'ਚੋਂ ਕੇਸ ਖਤਮ ਹੋਇਆ, ਬਾਅਦ 'ਚ ਅਸੀਂ ਗਏ ਆ, ਉਹਦਾ ਪਤਾ ਕੀਤਾ ਤਾਂ ਉਹਦਾ ਤਬਾਦਲਾ ਹੋ ਚੁੱਕਿਆ ਸੀ। ਬਾਅਦ 'ਚ ਕਿਸੇ ਨੇ ਸਾਡੀ ਨਹੀਂ ਸੁਣੀ। ਮਤਲਬ ਗੌਰਮੈਂਟ ਦੇ ਨਾਮ ਕੀ ਪੈਗਾਮ ਦੇਵੋਗੇ, ਕਿਆ ਤੁਹਾਨੂੰ ਅਦਾਲਤਾਂ ਇਨਸਾਫ ਦੇਣਗੀਆਂ। ਗੌਰਮੈਂਟ ਦੇ ਨਾਲ ਇਹੀ ਮੁਤਾਲਬਾ ਸਾਡਾ ਕਿ ਸਾਡਾ ਇਨਸਾਫ ਮਿਲ ਜਾਏ। ਸਾਨੂੰ ਅੱਲਾ ਦੇ ਘਰ ਦੀ ਬੜੀ ਉਮੀਦ ਆ ਕਿ ਸਾਨੂੰ ਇਨਸਾਫ ਮਿਲੇਗਾ। ਬਾਕੀ ਮੈਂ ਬਹੁਤ ਜ਼ਿਆਦਾ ਗਰੀਬ ਲੋਕ ਹਾਂ, ਤਾਂ ਇੰਤਹਾ ਤੋਂ ਜ਼ਿਆਦਾ ਮੈਂ ਬਹੁਤ ਗਰੀਬ ਹੋ ਗਿਆ ਵਾਂ। ਮੇਰੇ ਕੋਲ ਪੈਸਾ ਨਹੀਂ ਤਾਂ ਮੈਂ ਨਾ ਕਿਰਾਇਆ ਲਾ ਕੇ ਰੀਮਯਾਰ ਖਾਂ ਲਾ ਸਕਦਾ। ਅੰਮਾ ਮੇਰੀ ਉਹ ਬਿਮਾਰ ਆ, ਗੂੰਗੀ ਵੀ ਆ, ਬਹਿਰੀ ਵੀ ਆ, ਨਾ ਉਹ ਚੱਲ ਸਕਦੀ। ਉਹਨਾਂ ਚੋਟ ਲੱਗੀ, ਫੜ ਕੇ ਅੱਗੇ ਪਿੱਛੇ ਲਿਜਾਣਾ ਜਾਂ ਵੀਲ ਚੇਅਰ 'ਤੇ ਲਿਜਾਣਾ। ਇਹਦੇ ਵਾਸਤੇ ਬਹੁਤ ਜ਼ਿਆਦਾ ਸਾਨੂੰ ਮੁਸ਼ਕਲਾਤ ਹੋ ਰਹੀਆਂ ਹੈ। ਤੇ ਬਰਾਏ ਮਿਹਰਬਾਨੀ ਕਿ ਗੌਰਮੈਂਟ ਅੱਗੇ ਅਪੀਲ ਹੈ ਸਾਡੀ ਕਿ ਸਾਡਾ ਹੱਕ ਸਾਨੂੰ दिलाया जाए। जी नाज़रीन, टी वॉइस ऑफ पंजाब के साथ मोहम्मद आशिक साहब जो है वो महवे गुफ्तगू थे। ये चिश्तिया का करीबी इलाका डारावाला, वहाँ के रहायशी हैं। बेसिक इनकी जो रहाइश है वो हासिलपुर की है और इन्होंने अपना जो किस्सा सुनाया है, इन्होंने जो अपनी दास्तान सुनाई है, ये इस मुल्क के ऊपर सवालिया निशान है। इस मुल्क के अदारों के ऊपर एक सवालिया निशान है
कि यहाँ पर जिसकी लाठी उसकी भैंस है, जो अमीर लोग हैं, जो ताकतवर हैं, बाअसर हैं, वो गरीबों का हक कैसे छीन लेते हैं, कैसे वो हड़प करते हैं और गरीब और मुस्तहिक घरानों के साथ कैसे नाइंसाफ़ियाँ की जाती हैं। इन गरीब गुरबा लोगों के इस दुनिया के अंदर रहने का कोई हाल नहीं है। टीम वॉइस ऑफ पंजाब कोशिश करेगी कि इनके डॉक्यूमेंट समेत जो है ना, इनकी पूरी जो हिस्ट्री है वो आपके साथ शेयर की जाए, अदारों के साथ शेयर की जाए, ताकि इन गरीब लोगों को इंसाफ मिल सके, इनकी जो जायदाद है, इनकी जो ज़मीन है वो इनको मिल सके, चूँकि इनके पास ओरिजिनल डॉक्यूमेंट मौजूद हैं। और पाकिस्तान के अंदर ऐसे हज़ारों केसेस आपको देखने में नज़र आते हैं, लेकिन इंसाफ बहुत कम लोगों को मिलता है। हमारी कोशिश है टीम वॉइस ऑफ पंजाब की कि हम इनको इंसाफ दिला सकें, हम इनकी आवाज़ बन सकें, और अगर इनको इंसाफ मिल गया तो शायद कितने घराने जो हैं इनके वो अच्छी ज़िंदगी गुजार सकेंगे। टीम वॉइस ऑफ पंजाब बहुत जल्द मिलेगी एक नई दास्तान के साथ, एक करप्शन के नए किस्से के साथ। अपना ख्याल रखिएगा। टीम वॉइस ऑफ पंजाब को इजाज़त दें। अल्लाह हामी व नासर। जिस देश की कोर्ट कचहरी में इंसाफ टकों पर बिकता हो, जिस देश का मुंशी काजी भी मुजरिम से पूछ के लिखता हो, जिस देश के सादा लोग इंसान वादों पे ही टाले जाते हो, उस देश के हर एक लीडर पर सवाल उठाना वाजिब है। उस देश के हर एक हाकम को सूली पे चढ़ाना वाजिब है।